Dear students, I am present with my third lecture on Hassan's attendance problem, which is in the course of your studies 10 plus 2 General English. I, Suresh Kumar, Principal, Government Senior Secondary School, Boys, is trying to upload my lectures on school's YouTube channel GSSS Boys School Guru Sahai. So you should subscribe this channel, share my lectures to your friends and other social media platforms so that during this corona pandemic other students may also get benefit from my lectures. And I am also advising you to stay home, stay safe. I am sending you the links of my lectures through WhatsApp groups which are prepared for your benefit. We were doing translation of the brief summary of this chapter so that you can conceive its theme very well. Now I am coming to my point. Yesterday we had done major part of translation and only a short part was left behind due to lack of time, as WhatsApp allows only to upload 2 GB data of anything. Now come to the point. After a long time, one day the narrator saw a man carrying a CD of software. ਇੱਕ ਦਿਨ ਸੋਮਵਾਰ ਨੂੰ ਵਕਤਾ ਨੇ ਇੱਕ ਵਿਅਕਤੀ ਨੂੰ ਸੀਡੀ ਚੱਕੇ ਹੋਏ ਦੇਖਿਆ। ਸੀਡੀ ਚੱਕੀ ਹੋਈ ਦੇਖਿਆ। The man before the narrator was fat and of 35 years old. ਉਹ ਵਿਅਕਤੀ ਜਿਹੜਾ ਸੀ ਮੋਟਾ ਸੀ, ਉਹ 35 ਕੁ ਸਾਲ ਦਾ ਸੀ ਤੇ ਵਕਤਾ ਉਸ ਨੂੰ ਪਹਿਚਾਨ ਨਾ ਸਕੀ। He was bald headed, ਸਿਰੋਂ ਗੰਜਾ ਸੀ। He said, ਉਸਨੇ ਕਿਹਾ, from a window, ਖਿੜਕੀ ਤੋਂ, you can see the outside. ਤੁਸੀਂ ਬਾਹਰੀ ਜਿਹੜੀ ਸਾਈਡ ਹੈ, ਬਾਹਰ ਦਾ ਪਾਸਾ ਹੈ, ਉਹ ਦੇਖ ਸਕਦੇ ਹੋ। You cannot see all that is inside. ਤੁਸੀਂ ਉਹ ਸਭ ਕੁਝ ਅੰਦਰੋਂ ਨਹੀਂ ਦੇਖ ਸਕਦੇ, ਬਾਹਰੋਂ ਨਹੀਂ ਦੇਖ ਸਕਦੇ, ਅੰਦਰ ਵੱਲ ਨੂੰ ਨਹੀਂ ਦੇਖ ਸਕਦੇ। The narrator often used this phrase in her class. ਵਕਤਾ ਅਮੂਮਨ ਇਹ ਵਾਕਾਂਸ਼ ਆਪਣੀ ਜਮਾਤ ਦੇ ਵਿੱਚ, ਕਲਾਸ ਦੇ ਵਿੱਚ ਵਰਤਦੀ ਸੀ। It made sure that the person was her student. ਇਸ ਚੀਜ਼ ਨੇ, ਇਸ ਗੱਲ ਨੇ ਇਹ ਨਿਸ਼ਚਿਤ ਕਰ ਦਿੱਤਾ ਸੀ ਕਿ ਇਹ ਉਸਦਾ ਕੋਈ ਵਿਦਿਆਰਥੀ ਸੀ ਤੇ ਜਿਸ ਦਾ ਨਾਮ ਹਸਨ ਸੀ। She knew that all his friends were rich and had good jobs. ਉਸ ਨੂੰ ਪਤਾ ਸੀ ਕਿ ਉਸ ਦੇ ਸਾਰੇ ਜਿਹੜੇ ਵਿਦਿਆਰਥੀ ਸਨ ਉਹ ਅਮੀਰ ਸਨ ਅਤੇ ਚੰਗੀਆਂ ਨੌਕਰੀਆਂ ਤੇ ਸਨ। Hassan could not do
ਵੈਲ ਇਨ ਜੌਬਸ। ਹਸਨ ਜਿਹੜਾ ਸੀ ਨੌਕਰੀ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਕਰ ਸਕਿਆ ਸੀ, ਨੌਕਰੀਆਂ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਕਰ ਸਕਿਆ ਸੀ। ਹੀ ਗੋਟ ਡਿਊ ਟੂ ਹਿਜ ਬੈਡ ਹੈਬਿਟ ਆਫ ਇਰਰੈਗੂਲਰਿਟੀ। ਜੋ ਉਸਨੂੰ ਨੌਕਰੀਆਂ ਮਿਲੀਆਂ ਸਨ ਉਹ ਉਸਦੀ ਮਾੜੀ ਆਦਤ ਅਨਿਯਮਿਤਤਾ ਕਰਕੇ ਮਤਲਬ ਜਿਹੜਾ ਸੀ ਉਸਨੂੰ ਕਾਮਯਾਬੀ ਨਹੀਂ ਦੇ ਸਕੀਆਂ। ਹੀ ਕੁਡ ਓਨਲੀ ਗੋਟ ਏ ਲਿਟਲ ਜੌਬ ਆਫ ਸੈਲਿੰਗ ਸੀਡੀਜ਼ ਡੋਰ ਟੂ ਡੋਰ। ਉਸਨੂੰ ਇੱਕ ਸਿਰਫ ਮਾਮੂਲੀ ਜੀ ਨੌਕਰੀ ਮਿਲੀ ਸੀ, ਉਹ ਵੀ ਜਿਹੜੇ ਸੌਫਟਵੇਅਰ ਦੀਆਂ ਸੀਡੀਜ਼ ਸਨ ਉਹ ਘਰੋਂ ਘਰੀ ਜਾ ਕੇ ਇੱਕ ਬੂਹੇ ਤੋਂ ਦੂਜੇ ਬੂਹੇ ਤੇ ਜਾ ਕੇ ਦੇਣਾ। ਹਸਨ ਐਡਮਿਟਡ ਟੂ ਦਾ ਨਰੇਟਰ ਦੈਟ। ਹਸਨ ਨੇ ਜਿਹੜਾ ਹੈ ਉਹ ਆਪਣੇ ਵਕਤਾ ਦੇ ਅੱਗੇ ਇਹ ਗੱਲ ਮੰਨੀ ਦੈਟ ਈਵਨ ਆਫਟਰ ਗ੍ਰੈਜੂਏਸ਼ਨ, ਕਿ ਉਸ ਦੇ ਜਿਹੜਾ ਹੈ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਵੀ ਹੀ ਕੁਡ ਨਾਟ ਮੈਂਡ ਹਿਜ ਵੇਜ ਆਫ ਗੇਟਿੰਗ ਅਪ ਲੇਟ, ਕਿ ਉਹ ਉਸ ਦੀ ਜਿਹੜਾ ਦੇਰੀ ਨਾਲ ਉੱਠਣ ਦੀਆਂ ਉਹ ਆਦਤਾਂ ਨੂੰ ਤਿਆਗ ਨਹੀਂ ਸਕਿਆ ਸੀ। ਹਾਂਜੀ, ਹੀ ਆਲਸੋ ਕੁਡ ਨਾਟ ਗਿਵ ਅਪ the bad habits of irregularity and laziness in life। ਉਹ ਅਨਿਯਮਿਤਤਾ ਅਤੇ ਸੁਸਤੀ ਜਿਹੜੀ ਸੀ ਜੋ ਉਸਦੇ ਜੀਵਨ ਦੇ ਵਿੱਚ ਉਹ ਵੀ ਆਦਤਾਂ ਉਹ ਨਹੀਂ ਛੱਡ ਸਕਿਆ ਸੀ। though his mother used to get angry with him, ਭਾਵੇਂ ਕਿ ਉਸਦੀ ਮਾਂ ਉਸਦੇ ਨਾਲ ਗੁੱਸੇ ਹੋਇਆ ਕਰਦੀ ਸੀ, yet he did not bother her, ਪਰੰਤੂ ਫਿਰ ਵੀ ਉਹ ਉਸਦੀ ਕੋਈ ਪਰਵਾਹ ਨਹੀਂ ਕਰਦਾ ਸੀ। he had to give up many jobs due to not being a responsible person। ਇੱਕ ਜ਼ਿੰਮੇਵਾਰ ਵਿਅਕਤੀ ਨਾ ਹੋਣ ਦੇ ਨਾਤੇ ਉਸ ਨੂੰ ਬਹੁਤ ਸਾਰੀਆਂ ਨੌਕਰੀਆਂ ਜਿਹੜੀਆਂ ਸਨ ਉਹ ਛੱਡਣੀਆਂ ਪਈਆਂ ਸਨ। his carelessness had been since his college days। ਉਸ ਦੀ ਜਿਹੜੀ ਕੇਅਰਲੈਸਨੈਸ ਹੈ, ਲਾਪਰਵਾਹੀ ਜਿਹੜੀ ਹੈ ਉਸ ਦੇ ਕਾਲਜ ਦੇ ਦਿਨਾਂ ਦੇ ਵਿੱਚੋਂ ਹੀ ਇਹ ਬੁਰੀ ਆਦਤ ਉਸ ਦੇ ਵਿੱਚ ਸੀ। ਹੀ ਮੇਡ ਫਨ ਆਫ ਦੋਜ ਪੀਪਲ। ਉਹ ਉਹਨਾਂ ਲੋਕਾਂ ਦਾ ਮਜ਼ਾਕ ਉਡਾਇਆ ਕਰਦਾ ਸੀ ਹੂ ਵਰਕਡ ਹਾਰਡ, ਜਿਹੜੇ ਸਖਤ ਮਿਹਨਤ ਕਰਦੇ ਸਨ। ਸੋ ਹੀ ਲੋਸਟ ਵਾਟ ਏਵਰ ਜੌਬ ਹੀ ਗੋਟ। ਇਸ ਲਈ ਉਸਨੂੰ ਜੋ ਵੀ ਨੌਕਰੀ ਮਿਲੀ ਉਹ ਉਸਨੂੰ ਗਵਾਉਂਦਾ ਚਲਾ ਗਿਆ। ਨੋ ਇੰਪਲੋਇਰ ਵਾਜ ਵਿਲਿੰਗ ਟੂ ਗਿਵ ਹਿਮ ਜੌਬ। ਕੋਈ ਵੀ ਨਿਯੋਜਕ ਜਿਹੜਾ ਸੀ ਉਸ ਨੂੰ ਕੋਈ ਜਿਹੜੀ ਹੈ ਨੌਕਰੀ ਦੇਣ ਲਈ ਤਿਆਰ ਨਹੀਂ ਸੀ। ਸੋ ਹੀ ਲੋਸਟ ਵਨ ਜੌਬ ਆਫਟਰ ਦਾ ਅਦਰ। ਇਸ ਲਈ ਉਹ ਇੱਕ ਤੋਂ ਬਾਅਦ ਦੂਸਰੀ ਜਿਹੜੀ ਨੌਕਰੀ ਹੈ ਉਹ ਖੋਂਦਾ ਚਲਾ ਗਿਆ। ਦਾ ਨਰੇਟਰ ਐਡਵਾਈਜ਼ਡ ਹਿਮ ਨਾਟ ਟੂ ਬੀ ਡਿਸਅਪੁਆਇੰਟਡ। ਲੇਖਾ ਜਿਹੜੀ ਹੈ ਵਕਤਾ ਜਿਹੜੀ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਉਸ ਨੂੰ ਮਾਯੂਸ ਨਹੀਂ ਹੋਣਾ ਚਾਹੀਦਾ। ਸੀ ਟੋਲਡ ਹਿਮ ਦੈਟ one could lose the battle। ਉਹ ਉਹਨੂੰ ਦੱਸਦੀ ਹੈ ਵੀ ਅਸੀਂ ਲੜਾਈ ਤਾਂ ਹਾਰ ਸਕਦੇ ਹਾਂ, but one could always win the war। ਪਰੰਤੂ ਅਸੀਂ ਯੁੱਧ ਹਮੇਸ਼ਾ ਜਿੱਤ ਸਕਦੇ ਹਾਂ। she told him that hard old habits could also be changed। ਉਸਨੇ ਉਸਨੂੰ ਇਹ ਵੀ ਦੱਸਿਆ ਕਿ ਪੁਰਾਣੀਆਂ ਪੱਕੀਆਂ ਹੋਈਆਂ ਆਦਤਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਬਦਲਿਆ ਜਾ ਸਕਦਾ ਹੈ। there is nothing impossible। ਕੁਝ ਵੀ ਅਸੰਭਵ ਨਹੀਂ ਹੈ। ਐਕਸਲੈਂਸ ਡਜ਼ ਨਾਟ ਕਮ ਬਾਈ ਚਾਂਸ। ਜਿਹੜੀ ਸ਼੍ਰੇਸ਼ਟਤਾ ਹੈ ਉਹ ਅਚਾਨਕ ਨਹੀਂ ਆਉਂਦੀ, ਬਟ ਬਾਈ ਪ੍ਰੈਕਟਿਸ, ਪਰੰਤੂ ਅਭਿਆਸ ਦੇ ਨਾਲ ਆਉਂਦੀ ਹੈ। ਵਿਦ ਦਾ ਵਰਡਸ ਆਫ ਦਾ ਨਰੇਟਰ, ਵਕਤਾ ਦੇ ਇਹਨਾਂ ਸ਼ਬਦਾਂ ਦੇ ਨਾਲ ਹਸਨ ਫੈਲਟ ਇਨਕਰੇਜਡ। ਹਸਨ ਨੂੰ ਹੌਸਲਾ ਹੋਇਆ। He promised the narrator to improve himself in future। ਉਸਨੇ ਵਕਤਾ ਦੇ ਨਾਲ ਵਾਅਦਾ ਕੀਤਾ ਕਿ ਉਹ ਭਵਿੱਖ ਦੇ ਵਿੱਚ ਆਪਣੇ ਆਪ ਨੂੰ ਸੁਧਾਰੇਗਾ। ਹਸਨ did not meet the narrator after that। ਇਸ ਤੋਂ ਬਾਅਦ ਹਸਨ ਵਕਤਾ ਨੂੰ ਨਹੀਂ ਮਿਲਿਆ। She hoped to see him happy and successful next time। ਉਹ ਇਹ ਉਮੀਦ ਕਰਦੀ ਸੀ ਕਿ ਅਗਲੀ ਵਾਰ ਜਦੋਂ ਵੀ ਉਹ ਮਿਲੇਗਾ ਉਸਨੂੰ ਖੁਸ਼ ਮਿਲੇਗਾ ਅਤੇ ਇੱਕ ਸਫਲ ਵਿਅਕਤੀ ਦੇ ਰੂਪ ਦੇ ਵਿੱਚ ਮਿਲੇਗਾ। ਇਹ ਬੇਟਾ ਸੀ ਤੁਹਾਡੀ ਜਿਹੜੀ ਸਮਰੀ ਹੈ ਇਸ ਪਾਠ ਦੀ। ਇਸ ਦੀ ਆਪਾਂ ਇਹ ਟ੍ਰਾਂਸਲੇਸ਼ਨ ਪੰਜਾਬੀ ਚ ਕੀਤੀ ਹੈ ਤਾਂ ਜੋ ਤੁਸੀਂ ਇਸ ਪਾਠ ਦਾ ਵਿਚਲਾ ਜਿਹੜਾ ਵਿਸ਼ਾ ਵਸਤੂ ਹੈ
ਕੀ ਇਸ ਪਾਠ ਦੇ ਵਿੱਚ ਦਿੱਤਾ ਗਿਆ ਹੈ, ਉਸ ਨੂੰ ਬੜੇ ਧਿਆਨ ਦੇ ਨਾਲ ਸਮਝ ਸਕੋ। ਤੁਸੀਂ ਕਰੋਨਾ ਪੈਂਡੇਮਿਕ ਦੇ ਵਿੱਚ ਆਪਣੇ ਆਪ ਨੂੰ ਸੈਕੰਡ ਵੇਵ ਤੋਂ ਬਚਾਉਂਦੇ ਹੋਏ ਘਰਾਂ ਵਿੱਚ ਰਹਿ ਕੇ ਸਟੇ ਹੋਮ ਸਟੇ ਸੇਫ, ਕੋਵਿਡ ਜਿਹੜੀਆਂ 19 ਦੇ ਲਈ ਜੋ ਵੀ ਸਾਡੇ ਲਈ ਸਾਨੂੰ ਐਡਵਾਈਜ਼ਰੀ ਮਿਲਦੀ ਹੈ ਉਹਨਾਂ ਨੂੰ ਫਾਲੋ ਕਰੀਏ ਤੇ ਆਪਣਾ ਬਚਾਓ ਕਰੀਏ ਤੇ ਆਪਣੇ ਆਲੇ ਦੁਆਲੇ ਤੇ ਲੋਕਾਂ ਦਾ ਬਚਾਅ ਕਰੀਏ। ਥੈਂਕ ਯੂ ਵੈਰੀ ਮੱਚ। ਕੱਲ ਮੈਂ ਤੁਹਾਡੇ ਲਈ 4th ਪਾਰਟ ਇਸ ਲੈਕਚਰ ਦਾ ਲੈ ਕੇ ਆਵਾਂਗਾ, ਜਿਸ ਦੇ ਵਿੱਚ ਆਪਾਂ ਹਸਨ ਦਾ ਜਿਹੜਾ ਕਰੈਕਟਰ ਸਕੈਚ ਹੈ ਉਹ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮੱਚ। ਓਕੇ।